ਤਾਂ ਉਧਰ ਪ੍ਰੈਸ ਕਾਨਫਰੰਸ ਲਗਾਤਾਰ ਜਾਰੀ ਹੈ, ਕੀ ਕੁਝ ਆਖਿਆ ਜਾ ਰਿਹਾ ਉਹ ਵੀ ਸੁਣਦੇ ਹਾਂ। मैं कह रहा असेस करके ही है, टाइम टू टाइम मैं कह रहा हूँ कहीं भी हमें कहीं से भी किसी की भी हेल्प चाहिए, सबके साथ हम इन टच, बट मैं वो किसी एक पुलिस या एक संस्था उसके बारे में डिस्क्लोज नहीं कर सकता। हमने सबको लिया है लूप में। देखो एग्जैक्ट अमाउंट में वही कह रहा एग्जैक्ट अमाउंट एडी जल्दी मैं डिस्क्लोज नहीं कर सकता, पर जेडे एंगल्स आ मैं तुहानू सारे दस दिते कि जेड़ा फंड्स आए आ वो छोटे अमाउंट भी आए आ, बहुत सारे आए आ, व्हीकल्स के सोर्सेज चेक किए जा रहे हैं। सो प्राइम सफिशिएंट एविडेंस है कि अपने सोर्सेज तो कुछ भी नहीं लिया गया। अजय एस स्टेज पे कुछ नहीं कहा जा सकता। मैं कह रहा एस स्टेज पे अभी कुछ नहीं कहा जा सकता। वो तो टू मेंटेन पब्लिक ऑर्डर किसी को कहीं भी भेज सकते हैं, दैट इज विद इन द एम्बिट ऑफ लॉ। यूके ਤੇ यूएस ਐਮਬੈਸੀ ਇੰਡੀਅਨ ਐਮਬੈਸੀ ਦੇ ਵਿਚਕਾਰ ਤਿਰੰਗੇ ਦਾ ਅਪਮਾਨ ਕੀਤਾ, ਖਾਲਿਸਤਾਨੀ ਸਮਰਥਕ ਉੱਤੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਜੁੜੇ ਨੇ, ਉਸ ਨੂੰ ਦੇਖ ਕੇ ਤੁਸੀਂ ਕਿਵੇਂ? ਦੇਖੋ ਸਾਡਾ ਉਹਦੇ ਨਾਲ ਲਿੰਕ ਨਹੀਂ, ਸਾਡੀ ਸਟੇਟ 'ਚ ਪੀਸ ਮੇਨਟੇਨ ਕਰਨਾ ਸਾਡਾ ਕੰਮ ਹੈ, ਪੰਜਾਬ ਦੇ ਵਿੱਚ ਸ਼ਾਂਤੀ ਨੂੰ ਮੇਨਟੇਨ ਕਰਨਾ ਸਾਡਾ ਕੰਮ ਆ, ਉਹਦੇ ਲਈ ਅਸੀਂ ਵਚਨਬੱਧ ਇਹਦੀ ਪ੍ਰੋਵੀਜ਼ਨ ਕੀ ਹੈ, ਕਿੰਨੀ ਦੇਰ ਤੱਕ ਇਹਨਾਂ ਨੂੰ ਰਿਮਾਂਡ ਦੇ ਵਿੱਚ ਰੱਖਿਆ ਜਾ ਸਕਦਾ? ਦੇਖੋ ਪ੍ਰੋਵੀਜ਼ਨਸ ਤਾਂ ਤੁਸੀਂ ਪੜ੍ਹ ਲੈਣਾ। ਪ੍ਰੋਵੀਜ਼ਨਸ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਹੈ, 3 ਹਫ਼ਤੇ ਦੇ ਵਿੱਚ ਐਡਵਾਈਜ਼ਰੀ ਬੋਰਡ ਦੇ ਕੋਲੇ ਰਿਪੋਰਟ ਜਾਣੀ ਹੁੰਦੀ ਆ, 3 ਮਹੀਨੇ ਤੇ ਪੀਰੀਅਡ ਤੇ ਐਕਸਟੈਂਡ ਕੀਤਾ ਜਾ ਸਕਦਾ ਹੈ, ਮੈਕਸਿਮਮ ਪੀਰੀਅਡ 1 ਸਾਲ ਦਾ ਹੁੰਦਾ ਹੈ। ਸੋ ਜੋ ਪ੍ਰੋਸੀਜਰ ਆ ਪ੍ਰੋਪਰ ਪ੍ਰੋਸੀਜਰ ਇਹਦੇ ਵਿੱਚ ਫੋਲੋ ਕੀਤਾ ਜਾ ਰਿਹਾ ਵਾ। ਹਲੇ ਤੱਕ ਰਿਮਾਂਡ ਦੀ ਲੋੜ ਨਹੀਂ ਪਈ ਜਾਂ ਟ੍ਰਾਂਜ਼ਿਟ? ਇਹਦੇ ਵਿੱਚ ਕੋਈ ਰਿਮਾਂਡ ਦੀ ਲੋੜ ਨਹੀਂ ਹੁੰਦੀ ਜੀ। ਇਹਦੇ ਵਿੱਚ ਡਿਟੇਨ ਕਰਕੇ 3 ਹਫ਼ਤੇ ਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਹੁੰਦਾ, ਐਡਵਾਈਜ਼ਰੀ ਬੋਰਡ ਨੂੰ ਇਨਫੋਰਮ ਕਰਨਾ ਹੁੰਦਾ ਹੈ, ਫਿਰ ਉਹ ਐਗਜ਼ਾਮਿਨ ਕਰਦਾ ਹੈ ਸਾਰਾ ਐਵੀਡੈਂਸ ਐਂਡ ਇਫ ਇਟ ਫੀਲਸ ਉਹ ਅਲਾਉ ਕਰ ਦਿੰਦਾ ਹੈ ਉਹਨੂੰ ਉਸ ਨੂੰ। नहीं ये स्टेज पे कुछ नहीं कहा जा सकता। हम लोग पूरा एफर्ट कर रहे हैं एंड सून ही विल बी अरेस्टेड। देखो ये चीज़ां देखो ये तो बहुत प्रिलिमिनरी है। असी तो एक चीज़ बारे कि जेडे इन्हां दे जिन्नियां भी एक्टिविटीज़ सीगियां वो एक्टिविटीज़ स्टेट का जिहड़ा कम्यूनल हारमनी ते स्टेट की पीस ਨੂੰ डिस्टर्ब करने वाली सीगियां, ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ। ਕਿਸੇ ਇੱਕ ਵਿਅਕਤੀ ਦੇ ਖਿਲਾਫ ਇਹ ਕਾਰਵਾਈ ਨਹੀਂ ਕੀਤੀ, ਇਹ ਇੱਕ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕਾਰਵਾਈ ਕੀਤੀ। ਸਰ ਸਾਹਿਬ ਜਿਹੜੇ ਚਾਚਾ ਤੇ ਦਾ ਜਿਹੜਾ ਡਰਾਈਵਰ ਫੜਿਆ ਗਿਆ ਕੱਲ ਸਰੈਂਡਰ ਕੀਤਾ ਜਾਂ ਜੋ ਵੀ ਹੈਗੀ ਗ੍ਰਿਫਤਾਰੀ ਹੋਈ ਹੈ, ਉਹਨਾਂ ਦੇ ਪੁੱਛਗਿੱਛ ਚ ਬਹੁਤ ਸਾਰੇ ਖੁਲਾਸੇ ਕੀਤੇ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ? ਉਹਦੇ ਹਿਸਾਬ ਨਾਲ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਉਹ ਸਾਰਾ ਚੱਲ ਰਿਹਾ ਰੈਟ ਜੀ। ਇਨਵੈਸਟੀਗੇਸ਼ਨ ਦੇ ਨਿਟੀ ਗ੍ਰਿਟੀ ਫੈਕਟਸ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਹ ਇੱਕ ਲੰਬੀ ਇਨਵੈਸਟੀਗੇਸ਼ਨ ਆ। ਇਹਦੇ ਵਿੱਚ ਕਈ ਡਿਸਟ੍ਰਿਕਟਸ ਦੀ ਪੁਲਿਸ ਇਨਵੋਲਡ ਆ ਜਿਹਦੇ ਵਿੱਚ ਇਹਦੇ ਵਿੱਚ ਤੋਂ ਸਾਰੇ ਜਦੋਂ ਜਿਉਂ ਤੱਥ ਅੱਗੇ ਆਈ ਜਾਣਗੇ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਅਪਡੇਟ ਕਰੀ ਜਾਵਾਂਗੇ। ਸਰ ਹੁਣ ਤੱਕ ਇਹ ਤਾਂ ਕੁਝ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਜਿਹੜੇ ਵੀ ਹਥਿਆਰ ਤੁਸੀਂ ਰਿਕਵਰ ਕੀਤੇ ਆ ਜਿਹੜਾ AKM ਦੇ ਜਾਂ ਦੂਜੇ ਵੀ ਉਹ ਜਾਇਜ਼ ਨੇ ਨਜਾਇਜ਼ ਨੇ? ਉਹਦੇ ਵਿੱਚ ਕੁਝ ਅਨਲਾਇਸੈਂਸਡ ਵੈਪਨ ਹੈਗੇ ਆ ਔਰ ਫਰਦਰ ਉਹਨਾਂ ਨੂੰ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ। ਸਰ ਕੀ ਉਹਨਾਂ ਦੇ ਪੈਰੈਂਟਸ ਦਾ ਰੋਲ ਵੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਹੈ? ਦੇਖੋ ਇਹਦੇ ਬਾਰੇ ਮੈਂ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਸਾਡਾ ਮੇਨ ਜਿਹੜਾ ਮੁੱਦਾ ਵਾ ਕਿ ਇਸ ਦੀ ਤਫਤੀਸ਼ ਫੇਅਰ ਹੋਣੀ ਚਾਹੀਦੀ ਆ ਔਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਣੀ। ਸਰ ਸਵਾਲ ਖੜੇ ਹੋ ਰਹੇ ਨੇ ਕਿ 23 ਫਰਵਰੀ ਤੋਂ ਬਾਅਦ 19 ਨੂੰ ਆ ਕੇ ਜਿਹੜਾ 18 ਨੂੰ ਹੋਇਆ ਹੈਗਾ ਸਾਰਾ ਕੁਝ ਐਕਸ਼ਨ, ਤਾਂ ਇੰਨਾ ਟਾਈਮ ਕਿਉਂ ਲੱਗ ਗਿਆ ਹੈਗਾ ਵਿੱਚ ਵਿਚਾਲੇ ਤੇ ਕਿਉਂ ਨਹੀਂ ਕੀਤਾ ਗਿਆ? ਨਹੀਂ ਉਹ ਐਵੀਡੈਂਸ ਕਲੈਕਸ਼ਨ ਦੇ ਉੱਤੇ ਪਲੈਨਿੰਗ ਦੇ ਉੱਤੇ ਹਰ ਚੀਜ਼ ਬੜਾ ਕੁਝ ਹੁੰਦਾ ਹੈ ਜਿਹਦੇ ਵਿੱਚ ਓਵਰਆਲ ਇੱਕ ਹੋਲਿਸਟਿਕ ਪਿਕਚਰ ਦੇਖਣੀ ਹੁੰਦੀ ਹੈ। ਇਹਦੇ ਵਿੱਚ ਸਾਰਾ ਕੁਝ ਜ਼ਰੂਰੀ ਸੀਗਾ, ਸਾਰੇ ਤੱਥ ਇਕੱਠੇ ਕਰਨੇ ਜ਼ਰੂਰੀ ਹੁੰਦੇ ਆ, ਆਪਣੇ ਆਪ ਨੂੰ ਸੈਟੀਸਫਾਈ ਕਰਨਾ ਜ਼ਰੂਰੀ ਹੁੰਦਾ ਹੈ, ਪਲੱਸ ਕੀ ਇਹਦੀਆਂ ਇੰਪਲੀਕੇਸ਼ਨ ਆ ਸਾਰੀਆਂ ਐਗਜ਼ਾਮਿਨ ਕਰਕੇ ਫਿਰ ਹੀ ਐਕਸ਼ਨ ਲੈਣਾ। ਸਰ ਓਵਰਆਲ ਜੇ ਆਪਾਂ ਦੇਖੀਏ ਓਵਰਆਲ ਤੁਸੀਂ ਜਿੱਦਾਂ ਕਿਹਾ ਕਿ ਫਲੈਗ ਮਾਰਚ ਜਾਂ ਨਾਕੇਬੰਦੀ ਕੀਤੀ ਜਾ ਰਹੀ ਹੈ, 144 ਵੀ ਲਾਈ ਗਈ ਹੈ ਕਿਤੇ, ਹੁਣ ਓਵਰਆਲ ਆਪਾਂ ਦੇਖੀਏ ਤਾਂ ਕਿਸੇ ਤਰ੍ਹਾਂ ਦਾ ਕੋਈ ਉੱਥੇ ਕੋਈ ਵਿਵਾਦ? ਦੇਖੋ ਅੱਜ ਦੀ ਡੇਟ ਦੇ ਵਿੱਚ ਸਟੇਟ ਦੇ ਵਿੱਚ ਮੈਂ ਦੁਬਾਰਾ ਕਹਿ ਰਿਹਾ ਬਿਲਕੁਲ ਸ਼ਾਂਤੀ ਹੈ, ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਦਾ ਕੋਈ ਵੀ ਡਿਸਟਰਬੈਂਸ ਕਿਤੇ ਸਟੇਟ 'ਚ ਨਹੀਂ ਹੈਗੀ। ਪ੍ਰੀਕਾਸ਼ਨਰੀ ਮੈਜਰਸ ਲੈਣੇ ਜ਼ਰੂਰੀ ਹੁੰਦੇ ਆ, ਜਿੱਦਾਂ ਇੰਟਰਨੈਟ ਦੀ ਅਵੇਲੇਬਿਲਿਟੀ ਨਹੀਂ ਹੈਗੀ, ਇਹ ਵਾਲੇ ਪ੍ਰੀਕਾਸ਼ਨਰੀ ਮੈਜਰਸ ਆ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜ਼ਰੂਰੀ ਹੁੰਦੇ ਆ। ਪਰ ਅੱਜ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਸਥਿਤੀ ਬਿਲਕੁਲ ਸਟੇਬਲ ਆ, ਬਿਲਕੁਲ ਸ਼ਾਂਤੀ ਆ, ਕਿਤੇੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਦੀ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਨਹੀਂ ਹੈ। ਸਰ ਇੱਕ ਪਹਿਲਾਂ ਡੀਜੀਪੀ ਸਾਹਿਬ ਨੇ ਕਰਦਾ ਸੀ ਕਲੀਅਰ ਲੋਰੈਂਸ ਕਸ਼ਮੀਰ ਦੀ, ਦੂਸਰੀ ਵੀ ਇੰਟਰਵਿਊ ਆ ਗਈ ਹੈ ਤੇ ਦਾਵਾ ਇਹ ਹੋ ਰਿਹਾ ਹੈਗਾ ਕਿ ਉਹ
ਮੁੰਡਾ ਜੇਲ੍ਹ ਤੋਂ ਹੈ ਉਹਦੇ ਬਾਰੇ ਕੀ ਦੇਖੋ ਉਹਦੇ ਬਾਰੇ ਮੇਰੇ ਕੋਲੇ ਇਨਫੋਰਮੇਸ਼ਨ ਨਹੀਂ ਹੈਗੀ। ਜੋ ਅਸੀਂ ਪਿਛਲੀ ਵਾਰੀ ਦੱਸਿਆ ਸੀ ਉਹ ਪ੍ਰੀਲਿਮਿਨਰੀ ਵੈਰੀਫਾਈ ਕਰਕੇ ਦੱਸਿਆ ਸੀਗਾ। ਜੇ ਉਹ ਫਰਦਰ ਕੋਈ ਉਹਦੇ 'ਚ ਜਾਣਕਾਰੀ ਹੋਊਗੀ ਸ਼ੇਅਰ ਕਰ ਦਿੱਤੀ ਜਾਊਗੀ। ਸਰ ਕਿਹਾ ਜਾ ਰਿਹਾ ਕਿ 16 ਤਰੀਕ ਦੀ ਹੈ 16 ਮਾਰਚ ਦੀ। ਕਹਿ ਨਹੀਂ ਸਕਦੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਠੀਕ ਹੈ ਜੀ। ਸਾਰਾ ਇੱਕ ਗੱਲ ਦੱਸੋ ਆਈਐਸਆਈ ਜਿਹੜੀ ਹੈਗੀ ਹੈ ਉਹ ਬਾਹਰੋਂ 3 ਬੰਦੇ ਹੈਗੇ ਨੇ, ਕੋਈ ਇਦਾਂ ਦੇ ਲਿੰਕ ਨਿਕਲੀ ਇਨੀਸ਼ੀਅਲ ਸਟੇਜ ਦੇ ਉੱਪਰ ਜਿਹੜੇ ਠੀਕ ਹੈ ਜੀ। ਹੋਰ ਕੋਈ ਤਾਂ ਨਹੀਂ ਹੈਗਾ ਇਸ਼ੂ? ਤਾਂ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਨੰਦਪੁਰ ਖਾਲਸਾ ਫੋਰਸ ਜਿਹੜੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਬਣਾਈ ਜਾ ਰਹੀ ਸੀ ਉਸ ਦੇ ਵਿੱਚ ਜੋ ਹਥਿਆਰ ਉਹਨਾਂ ਦੇ ਉੱਤੇ ਵੀ AKF ਲਿਖਿਆ ਹੋਇਆ ਸੀ, ਬੁਲਟ ਪ੍ਰੂਫ ਜੈਕਟਾਂ ਸੀਗੀਆਂ। ਇਸ ਤੋਂ ਇਲਾਵਾ ਜੋ ਗੱਡੀਆਂ ਬਰਾਮਦ ਹੋਈਆਂ ਨੇ ਜ਼ਬਤ ਕੀਤੀਆਂ ਗਈਆਂ ਪੁਲਿਸ ਦੇ ਵੱਲੋਂ, ਤਾਂ ਉਸ ਸਭ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਔਰ NSA ਦਾ ਜੋ ਜ਼ਿਕਰ ਹੋ ਰਿਹਾ ਇਸੇ ਤਹਿਤ ਹੀ ਕਿ ਅੰਮ੍ਰਿਤਪਾਲ ਸਿੰਘ ਦੇ ਕੋਲ ਜਿਹੜੀਆਂ ਗੱਡੀਆਂ ਸੀ ਉਹ ਜਿਸ ਨਾਮਾਂ ਦੇ ਉੱਤੇ ਹੈਗੀਆਂ ਨੇ, ਤਾਂ ਉਹ ਗੱਡੀਆਂ ਕਿੱਥੋਂ ਆਈਆਂ, ਫੰਡ ਜੋ ਪੈਸਾ ਇਕੱਠਾ ਹੋਇਆ ਉਹ ਫੰਡ ਕਿਵੇਂ ਪਹੁੰਚਿਆ। ਔਰ ਦਲਜੀਤ ਕਲਸੀ ਦਾ ਜ਼ਿਕਰ ਹੋਇਆ ਖਾਸ ਤੌਰ ਦੇ ਉੱਤੇ ਕਿ ਉਹਦੇ ਕੋਲ ਜਿਹੜਾ ਪੈਸਾ ਬਾਹਰੋਂ ਆਇਆ ਉਸ ਦੀ ਵੀ ਜਾਂਚ ਜਿਹੜੀ ਆ ਉਹ ਹੋਵੇਗੀ, ਪੁੱਛਗਿੱਛ ਕੀਤੀ ਜਾਏਗੀ। ਔਰ ਇਸੇ ਤਹਿਤ NSA ਲਗਾਇਆ ਗਿਆ। 5 ਲੋਕਾਂ ਦੇ ਉੱਤੇ NSA ਹੁਣ ਤੱਕ ਲੱਗਿਆ, ਜਿਨ੍ਹਾਂ ਦੇ ਵਿੱਚ ਦਲਜੀਤ ਕਲਸੀ ਦਾ ਨਾਮ ਹੈ, ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਹੈ, ਹਰਜੀਤ ਸਿੰਘ ਦਾ ਨਾਮ ਹੈ ਔਰ 2 ਹੋਰ ਨਾਮ ਜੋ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ। 6 FIR ਦਰਜ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਫਰਵਰੀ ਦੇ ਵਿੱਚ ਵੀ FIR ਦਰਜ ਕੀਤੀਆਂ ਗਈਆਂ ਸੀ। ਇੱਕ ਅਜਨਾਲਾ ਅਟੈਕ ਵਾਲੇ ਮਾਮਲੇ ਦੇ ਉੱਤੇ FIR ਦਰਜ ਹੈ, FIR ਨੰਬਰ 39। ਬਾਘਾ ਪੁਰਾਣਾ ਦੇ ਵਿੱਚ ਇੱਕ FIR ਨੰਬਰ 34 ਦਰਜ ਕੀਤੀ ਹੋਈ ਹੈ, 22 ਫਰਵਰੀ ਨੂੰ ਹੋਈ ਸੀ। ਔਰ ਅਜਨਾਲਾ ਦੇ ਥਾਣੇ ਦੇ ਵਿੱਚ ਜਿਹੜਾ ਅਟੈਕ ਹੋਇਆ ਸੀਗਾ ਤਾਂ ਉਸ ਦੀ FIR 24 ਫਰਵਰੀ ਨੂੰ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਮਹਿਤਪੁਰ ਦੇ ਵਿੱਚ ਇੱਕ FIR ਜੋ ਦਰਜ ਹੋਈ ਬੀਤੇ ਦਿਨੀ 19 ਮਾਰਚ ਨੂੰ FIR ਨੰਬਰ 24 ਦਰਜ ਕੀਤੀ ਗਈ ਹੈ, ਜੋ ਸਾਰਾ ਇਹ ਘਟਨਾਕ੍ਰਮ ਵਾਪਰਿਆ ਉਸ ਨੂੰ ਲੈ ਕੇ। 114 ਜਣੇ ਹੁਣ ਤੱਕ ਕਸਟਡੀ ਦੇ ਵਿੱਚ ਪੁਲਿਸ ਵੱਲੋਂ ਲਏ ਗਏ, ਗ੍ਰਿਫਤਾਰ ਕੀਤੇ ਗਏ ਨੇ। 10 ਵੈਪਨ ਹੁਣ ਤੱਕ ਬਰਾਮਦ ਕੀਤੇ ਗਏ ਨੇ ਔਰ ਇਹ ਵੀ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਵਿੱਚੋਂ ਲਾਇਸੈਂਸੀ ਵੀ ਸੀਗੇ ਤੇ ਬਿਨਾਂ ਲਾਇਸੈਂਸ ਵਾਲੇ ਵੀ ਵੈਪਨ ਸੀਗੇ, ਜਿਨ੍ਹਾਂ ਦੀ ਜਾਂਚ ਕੀਤੀ ਜਾਏਗੀ। ਇਸ ਤੋਂ ਇਲਾਵਾ 4 ਵਹੀਕਲ ਜ਼ਬਤ ਕੀਤੇ ਗਏ ਆ ਹੁਣ ਤੱਕ। ਉਹਨਾਂ ਦੇ ਵਿੱਚ ਮਰਸਡੀਜ਼ ਜੋ ਬੀਤੇ ਦਿਨ ਵੀ ਕਾਫੀ ਮਸਲਾ ਭਖਿਆ ਸੀ ਕਿ ਅੰਮ੍ਰਿਤਪਾਲ ਸਿੰਘ ਕੋਲੇ ਇਹ ਮਰਸਡੀਜ਼ ਜਿਹੜੀ ਆ ਉਹ ਕਿੱਥੋਂ ਪਹੁੰਚੀ। ਸੀਜੂ ਗੱਡੀ ਹੈ ਜਿਸ ਨੂੰ ਪਿੱਕਾ ਵੀ ਕਿਹਾ ਜਾਂਦਾ ਤਾਂ ਉਹ ਗੱਡੀ ਇੱਕ ਬਰਾਮਦ ਹੋਈ ਹੈ। ਐਂਡੈਵਰ ਗੱਡੀ ਫੜੀ ਗਈ ਹੈ ਔਰ ਇਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਇਹ ਗੱਡੀਆਂ ਜਿਹੜੇ ਨਾਮਾਂ ਦੇ ਉੱਤੇ ਸੀ ਤਾਂ ਉਹ ਕਿਵੇਂ ਉਹਨਾਂ ਦੇ ਕੋਲੇ ਪਹੁੰਚੀਆਂ। ISI ਦੇ ਐਂਗਲ ਤੋਂ ਇਨਵੈਸਟੀਗੇਸ਼ਨ ਹਾਲੇ ਕੀਤੀ ਜਾ ਰਹੀ ਹੈ। ਦਾਅਵਾ ਇਹ ਹੋ ਰਿਹਾ ਕਿ ਜਿਹੜੀਆਂ ਦੂਸਰੀਆਂ ਏਜੰਸੀਆਂ ਨੇ, ਕੇਂਦਰੀ ਏਜੰਸੀਆਂ ਨੇ, ਉਹਨਾਂ ਨੂੰ ਜ਼ਿਆਦਾਤਰ ਇਸ ਬਾਰੇ ਪਤਾ ਹੈ ਕਿ ISI ਦੇ ਨਾਲ ਲਿੰਕ ਇਹਨਾਂ ਦੇ ਕਿਵੇਂ ਨੇ, ਪਰ ਉਸ ਐਂਗਲ ਨੂੰ ਵੀ ਜੋੜਿਆ ਗਿਆ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ। ਬਜਮ ਵਰਮਾ ਇਸ ਖਬਰ ਦੇ ਉੱਤੇ ਸਾਡੇ ਨਾਲ ਜੁੜੇ ਆ। ਬਜਮ, ਇਹ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਵਿੱਚ ਖਾਸ ਗੱਲਾਂ ਦਾ ਕਿਹੜਾ ਜ਼ਿਕਰ ਹੋਇਆ ਹੈ? FIR ਦਾ ਆਪਾਂ ਜ਼ਿਕਰ ਕਰ ਰਹੇ ਹਾਂ, FIR ਜੋ ਹੋਈਆਂ NSA ਦਾ ਜ਼ਿਕਰ ਹੋ ਰਿਹਾ, ਕਿਸ ਤੇ ਲਗਾ ਦਿੱਤੀ ਗਈ, ਹੋਰ ਕੀ ਕੁਝ ਖਾਸ ਰਿਹਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ? ਦੇਖੋ ਬਿਲਕੁਲ ਤੁਹਾਨੂੰ ਦੱਸ ਦਈਏ, ਸਭ ਤੋਂ ਪਹਿਲਾਂ ਕਈ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਈਆਂ ਨੇ, ਕਿਉਂਕਿ ਕਈ ਸਾਰੇ ਕਿਆਸ ਲਾਏ ਜਾ ਰਹੇ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ, ਆਫੀਸ਼ੀਅਲ ਤੌਰ ਤੇ ਬਿਆਨ ਸਾਹਮਣੇ ਨਹੀਂ ਆ ਰਹੇ ਜਾਂ ਫਿਰ ਹਲੇ ਕਸਟਡੀ 'ਚ ਹੈ, ਦੱਸਿਆ ਨਹੀਂ ਗਿਆ, ਕਈ ਸਾਰੀਆਂ ਚੀਜ਼ਾਂ ਸੀਗੀਆਂ। ਪਰ ਤੁਹਾਨੂੰ ਦੱਸ ਦਈਏ ਇੱਕ ਕਰਕੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ। ਸਭ ਤੋਂ ਪਹਿਲਾਂ ਇਹ ਜਾਣਕਾਰੀ ਮਿਲੀ ਹੈ ਕਿ 6 ਕੇਸ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਅੰਮ੍ਰਿਤਪਾਲ ਦੇ ਉਹਦੇ ਸਾਥੀਆਂ ਦੇ ਉੱਤੇ, ਜਿਸ ਦੇ ਵਿੱਚ ਅਟੈਂਪਟ ਟੂ ਮਰਡਰ ਵੀ ਕੀਤਾ ਗਿਆ, ਸਰਕਾਰੀ ਕੰਮ 'ਚ ਵਿਘਨ ਪਾਉਣ ਦਾ ਜਿਹੜਾ ਹੈ ਉਹ ਮਾਮਲਾ ਦਰਜ ਕੀਤਾ ਗਿਆ, ਆਰਮਸ ਐਕਟ ਦਾ ਮਾਮਲਾ ਦਰਜ ਕੀਤਾ ਗਿਆ, ਕਿਉਂਕਿ ਜਿਹੜੇ ਹਥਿਆਰ ਕਈ ਸਾਰੇ ਮਿਲੇ ਨੇ ਉਹਨਾਂ 'ਚੋਂ ਕੁਝ ਲਾਇਸੈਂਸੀ ਸੀਗੇ ਤੇ ਕੁਝ ਗੈਰ ਲਾਇਸੈਂਸੀ ਸੀਗੇ। ਇਸ ਤਰੀਕੇ ਦੀ ਜਿਹੜੀਆਂ ਉਹ ਗੱਲਾਂ IG ਸੁਖਚੈਨ ਗਿੱਲ ਵੱਲੋਂ ਜਿਹੜੀਆਂ ਦੱਸੀਆਂ ਗਈਆਂ ਨੇ। ਇਸ ਤੋਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਇਸ ਵਕਤ ਵਾਂਟਡ ਹੈ, ਫਰਾਰ ਹੈ, ਪੁਲਿਸ ਦੀ ਕਸਟਡੀ 'ਚ ਨਹੀਂ ਹੈ। ਇਹ ਹਾਈ ਕੋਰਟ 'ਚ ਵੀ ਉਹਨਾਂ ਨੇ ਜਿਹੜਾ ਹੈ ਉਹ ਆਪਣੀ ਦਲੀਲ ਰੱਖੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਜਲੰਧਰ ਦੇ ਇਲਾਕੇ ਦੇ ਆਸ-ਪਾਸ ਘੁੰਮ ਰਹੇ ਹੈ, ਉਸ ਤੋਂ ਬਾਅਦ ਹੀ ਜਿਹੜਾ ਹੈ ਉਹ ਜਲਦ ਆਪਰੇਸ਼ਨ ਜਿਹੜਾ ਹੈ ਉਹ ਸਟਾਰਟ ਕਰ ਦਿੱਤਾ ਗਿਆ ਸੀਗਾ। ਤੇ ਫਿਲਹਾਲ ਉਹ ਇਹ ਕਹਿ ਰਹੇ ਨੇ ਕਿ ਪੰਜਾਬ 'ਚ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ, ਹਰ ਪਾਸੇ ਸ਼ਾਂਤੀ ਹੈ, ਪਰ ਪ੍ਰੀਕਾਸ਼ਨ ਵਰਤਨ ਦੇ ਕਰਕੇ ਪ੍ਰੀਕਾਸ਼ਨ ਜ਼ਰੂਰੀ ਹੈਗਾ ਕਿ ਕਿਸੇ ਤਰੀਕੇ ਦੀ ਕੋਈ ਖਰਾਬ ਨਾ ਹੋਏ ਲਾਅ ਐਂਡ ਆਰਡਰ ਦੀ ਸਥਿਤੀ। ਇਸ ਕਰਕੇ ਇੰਟਰਨੈਟ ਸੁਵਿਧਾ ਜਿਹੜੀ ਹੈ ਉਹ ਬੰਦ ਕੀਤੀ ਗਈ ਹੈ। ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ 114 ਦੇ ਕਰੀਬ ਗ੍ਰਿਫਤਾਰੀਆਂ
ਕੀਤੀਆਂ ਗਈਆਂ ਨੇ, ਹਲੇ ਤੱਕ ਡਿਟੇਨ ਕੀਤੇ ਗਏ ਨੇ ਅੰਮ੍ਰਿਤਪਾਲ ਦੇ ਲੋਕ, ਜਿਨ੍ਹਾਂ ਤੋਂ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਟੌਪਿਕਸ ਜਿਹੜੀਆਂ ਉਹ ਗੱਲਬਾਤ ਵੀ ਕੀਤੀ ਜਾ ਰਹੀ, ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿੱਥੋਂ ਹਥਿਆਰ ਆਉਂਦੇ ਸੀਗੇ, ਕਿੱਥੋਂ ਫੰਡਿੰਗ ਆਉਂਦੀ ਸੀਗੀ, ਕਿਉਂਕਿ ਇਹ ਸਾਫ਼ ਤੌਰ ਤੇ ਆਈਜੀ ਨੇ ਕਿਹਾ ਕਿ ਜਿਹੜੇ ਲੋਕ ਜੁੜੇ ਹੋਏ ਸੀ ਉਹ ਐਡੇ ਵੱਡੇ ਐਡੇ ਆਤਮ ਨਿਰਭਰ ਨਹੀਂ ਸੀਗੇ ਕਿ ਉਹ ਕਰੋੜਾਂ ਰੁਪਏ ਦਾ ਫੰਡਿੰਗ ਜਿਹੜੀ ਆ ਉਹ ਇਕੱਠੀ ਕਰਕੇ ਦੇ ਦੇਣ। ਤਾਂ ਇਹ ਸਾਰੀ ਜਿਹੜੀ ਉਹ ਤਲਾਸ਼ੀ ਕੀਤੀ ਜਾ ਰਹੀ ਹੈ ਕਿ ਫੰਡਿੰਗ ਕਿੱਥੋਂ ਆ ਰਹੀ ਸੀ। ਹਾਲਾਂਕਿ ਇੱਕ ਜਿਹੜਾ ਦਲਜੀਤ ਕਲਸੀ ਐਕਟਰ ਉਹ ਫੰਡਿੰਗ ਪ੍ਰੋਵਾਈਡ ਕਰਾ ਰਿਹਾ ਸੀ, ਫੰਡਿੰਗ ਬਾਹਰੋਂ ਆ ਰਹੀ ਸੀ, ਕਿੱਥੋਂ ਆ ਰਹੀ ਸੀ, ਸਾਰਾ ਜਿਹੜਾ ਹੈ ਉਸ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਮਰਸੀਡੀਜ਼ ਬੈਂਜ਼ ਗੱਡੀ ਤੇ 3 ਇੰਡੇਵਰ ਗੱਡੀਆਂ, ਇਸੇ ਤਰੀਕੇ ਨਾਲ ਹੋਰ ਗੱਡੀਆਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ। ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਫੋਟੋਆਂ 'ਚ ਵੀ ਦੇਖ ਰਹੇ ਹਾਂ ਕਿ ਜਿਹੜੀ ਹਥਿਆਰ ਨੇ ਉਹਨਾਂ ਦੇ ਉੱਤੇ AKF ਲਿਖਿਆ ਹੋਇਆ ਹੈ, ਯਾਨੀ ਆਨੰਦਪੁਰ ਖਾਲਸਾ ਫੋਰਸ। ਇਸ ਤਰੀਕੇ ਨਾਲ ਇੱਕ ਆਰਮੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅੰਮ੍ਰਿਤਪਾਲ, ਤਾਂ ਕਿਤੇ ਨਾ ਕਿਤੇ ਇਸੇ ਦੇਸ਼ 'ਚ ਰਹਿ ਕੇ ਇੱਕ ਆਰਮੀ ਵੱਖਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਿਸ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਹੁਣ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਹਲੇ ਵੀ ਤਲਾਸ਼ ਕਰ ਰਹੇ ਹਾਂ ਅੰਮ੍ਰਿਤਪਾਲ ਦੀ, ਜਲਦ ਹਿਰਾਸਤ 'ਚ ਹੋਣਗੇ। ਤੁਹਾਨੂੰ ਦੱਸ ਦਈਏ ਕਿ 10 ਵੈਪਨ ਜਿਹੜੇ ਨੇ ਉਹ ਰਿਕਵਰ ਕੀਤੇ ਨੇ, ਵਹੀਕਲ ਰਿਕਵਰ ਕੀਤੇ ਨੇ, ਪਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ 5 ਲੋਕਾਂ ਦੇ ਉੱਤੇ NSA ਲਾ ਦਿੱਤਾ ਗਿਆ ਹੈ। ਇਹ 5 ਲੋਕਾਂ ਦੇ ਵਿੱਚ ਜਿਹੜਾ ਹੈ ਉਹ 4 ਨੂੰ ਜਿਹੜੇ ਅਸਮ ਭੇਜੇ ਗਏ ਡਿਟੈਂਸ਼ਨ 'ਚ ਉਹ ਨੇ, ਪਰ ਨਾਲ ਦੇ ਨਾਲ ਜੇ ਸਵਾਲ ਇਹ ਕੀਤਾ ਗਿਆ ਕਿ ਅਸਮ ਭੇਜਣ ਦੀ ਲੋੜ ਕੀ ਪਈ, ਕੀ ਇਹ ਲੀਗਲ ਤੌਰ ਤੇ ਭੇਜਿਆ ਜਾ ਸਕਦਾ, ਕਨਸਟੀਟਿਊਸ਼ਨਲ ਹੈ, ਤਾਂ ਸਾਫ਼ ਤੌਰ ਤੇ ਆਈਜੀ ਨੇ ਇਹੀ ਕਿਹਾ ਕਿ ਬਿਲਕੁਲ ਕਨਸਟੀਟਿਊਸ਼ਨਲ ਹੈ। ਪੀਸ ਐਂਡ ਹਾਰਮਨੀ ਦਾ ਹਵਾਲਾ ਦਿੰਦੇ ਹੋਏ ਕਿਸੇ ਨੂੰ ਕਿਸੇ ਵੀ ਸਟੇਟ ਦੇ ਅੰਦਰ ਜਿਹੜਾ ਹੈ ਉਹ ਭੇਜਿਆ ਜਾ ਸਕਦਾ ਹੈ, ਕਨਸਟੀਟਿਊਸ਼ਨਲ ਹੈ। ਦੂਜੇ ਪਾਸੇ ਜਿਹੜੇ ਚਾਚਾ ਨੇ ਅੰਮ੍ਰਿਤਪਾਲ ਦੇ, ਜਿਨ੍ਹਾਂ ਨੇ ਕੱਲ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਂ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰਤਾ ਉਹਨਾਂ ਦੇ ਡਰਾਈਵਰ ਦੇ ਨਾਲ, ਜਿਨ੍ਹਾਂ ਨੇ ਇਹ ਵੀ ਦਿਖਾਇਆ ਸੀਗਾ ਕਿ 1 ਲੱਖ ਰੁਪਏ ਕੈਸ਼ ਉਹਨਾਂ ਕੋਲ ਸੀਗਾ, ਇੱਕ ਪਿਸਟਲ ਉਹਨਾਂ ਕੋਲ ਸੀਗੀ, ਉਹਨਾਂ ਤੇ ਵੀ NSA ਲਾ ਦਿੱਤੀ ਗਈ ਹੈ। ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ, ਪਰ ਸਵਾਲ ਸਭ ਤੋਂ ਪਹਿਲਾਂ ਇਹ ਵੀ ਚੁੱਕੇ ਜਾ ਰਹੇ ਸੀਗੇ ਕਿ ISI ਕਨੈਕਸ਼ਨ ਹੈਗਾ, ਕੀ ਪਾਕਿਸਤਾਨ ਕਨੈਕਸ਼ਨ ਹੈਗਾ, ਕੀ ਫੰਡਿੰਗ ਕਿਸ ਤਰੀਕੇ ਨਾਲ ਆ ਰਹੀ ਸੀਗੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਈਜੀ ਨੇ ਇਹੀ ਕਿਹਾ ਕਿ ਹਾਲੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਜਿਵੇਂ ਜਿਵੇਂ ਅੰਮ੍ਰਿਤਪਾਲ ਨੂੰ ਵੀ ਫੜ ਲਿੱਤਾ ਜਾਊਗਾ ਉਸ ਤੋਂ ਬਾਅਦ ਹੋਰ ਕਈ ਖੁਲਾਸੇ ਜਿਹੜੇ ਆ ਉਹ ਹੋਣਗੇ ਤੇ ਪਤਾ ਲੱਗ ਸਕੂਗਾ ਆਖਿਰਕਾਰ ਕਿੱਥੋਂ ਫੰਡਿੰਗ ਹੋ ਰਹੀ ਸੀਗੀ, ਇਹਦੇ ਪਿੱਛੇ ਮਾਸਟਰਮਾਈਂਡ ਕੌਣ ਸੀਗਾ, ਕੀ ਵਾਕਈ ਕੋਈ ਪਾਕਿਸਤਾਨ ਕਨੈਕਸ਼ਨ ਹੈਗਾ, ISI ਕਨੈਕਸ਼ਨ ਹੈਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਨੇ, ਉਹ ਜਲਦੀ ਖੁਲਾਸੇ ਹੋਣਗੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਜਦ ਅੰਮ੍ਰਿਤਪਾਲ ਗ੍ਰਿਫਤਾਰ ਹੋਣਗੇ ਤਾਂ NSA ਵੀ ਉਹਨਾਂ ਤੇ ਲਾਈ ਜਾ ਸਕਦੀ ਹੈ। ਜੀ ਬਜਮ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਨਹੀਂ ਹੋ ਰਹੀ ਕਿ NSA ਦੇ ਤਹਿਤ 5 ਲੋਕਾਂ ਨੂੰ ਜਿਹੜਾ ਉਹ ਅਸਾਮ ਲੈ ਕੇ ਜਾਇਆ ਗਿਆ, ਤਾਂ ਫਿਰ ਅੰਮ੍ਰਿਤਪਾਲ ਸਿੰਘ, ਕਿਉਂਕਿ ਮੇਨ ਇਸ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਹੈ, ਤਾਂ ਉਹਨਾਂ ਦੇ ਉੱਤੇ ਹਾਲੇ ਤੱਕ ਪੁਲਿਸ ਖੁੱਲ੍ਹ ਕੇ ਬੋਲਣ ਨੂੰ ਤਿਆਰ ਕਿਉਂ ਨਹੀਂ? ਤੁਹਾਨੂੰ ਲੱਗਦਾ ਹੈ ਕਿ ਜਦੋਂ ਗ੍ਰਿਫਤਾਰੀ ਹੋ ਜੂਗੀ ਜਾਂ ਪੁਲਿਸ ਉਸ ਤੋਂ ਬਾਅਦ ਪੂਰੀ ਜਾਣਕਾਰੀ ਦੇਣਾ ਚਾਹੁੰਦੀ ਹੈ? NSA ਤਹਿਤ ਕਾਰਵਾਈ ਪਹਿਲੇ ਕੀਤੀ ਜਾ ਚੁੱਕੀ ਹੈ। ਦੇਖੋ, ਬਿਲਕੁਲ ਇੱਕ ਅਨਆਫੀਸ਼ੀਅਲ ਤੌਰ ਤੇ ਜਦ ਪ੍ਰੈਸ ਕਾਨਫਰੰਸ ਖਤਮ ਹੋਈ ਤੇ ਆਈਜੀ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਅੰਮ੍ਰਿਤਪਾਲ ਦੇ ਉੱਤੇ NSA ਲਾਈ ਜਾਏਗੀ ਜਾਂ ਨਹੀਂ ਜਾਏਗੀ। ਉਸ ਸਮੇਂ ਵੀ ਉਹ ਚੁੱਪ ਨਜ਼ਰ ਆਏ, ਪਰ ਉਹ ਇਹਦੇ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਜੇ ਉਹਨਾਂ ਦੇ ਲੋਕਾਂ ਤੇ NSA ਲੱਗੀ ਹੈ ਤਾਂ ਫਿਰ ਇਨਵੈਸਟੀਗੇਸ਼ਨ 'ਚ ਅੱਗੇ ਦੇਖਾਂਗੇ ਕਿ ਜਦ ਅੰਮ੍ਰਿਤਪਾਲ ਗ੍ਰਿਫਤਾਰ ਹੁੰਦੇ ਨੇ ਫਿਰ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਇਸ ਕਰਕੇ ਉਹ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਲੱਗ ਵੀ ਸਕਦੀ ਹੈ। ਹਾਲੇ ਤੱਕ ਆਫੀਸ਼ੀਅਲ ਤੌਰ ਤੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਲੱਗੂਗੀ ਹੀ, ਕਿਉਂਕਿ ਜਦ ਅਰੈਸਟ ਹੋਏਗਾ ਉਸ ਤੋਂ ਬਾਅਦ ਹੀ ਕੁਝ ਜਿਹੜਾ ਹੈ ਉਹ ਇਨਵੈਸਟੀਗੇਸ਼ਨ 'ਚ ਜਿਹੜਾ ਪਾਰਟ ਬਣ ਕੇ ਉਸ ਤੋਂ ਬਾਅਦ ਚਾਰਜ ਸ਼ੀਟ ਜਾਂ ਜੋ ਵੀ ਪੇਸ਼ ਕਰਨਾ ਹੋਇਆ ਉਹ ਹੁੰਦਾ ਹੈ। ਪਰ ਨਾਲ ਦੇ ਨਾਲ NSA ਦਾ ਤੁਹਾਨੂੰ ਦੱਸ ਦਈਏ ਕਿ ਮਿਨੀਮਮ 3 ਮਹੀਨੇ ਤਾਂ 1 ਸਾਲ ਦੀ ਡਿਟੈਂਸ਼ਨ ਵੀ ਜਿਹੜੀ ਹੈ ਉਹ ਰੱਖੀ ਜਾ ਸਕਦੀ ਹੈ, ਜਿਹਦੇ ਵਿੱਚ ਸਿੱਧਾ ਰਿਮਾਂਡ ਹੋ ਸਕਦਾ ਹੈ। ਪਰ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ, ਜਿੱਥੇ ਪੁਲਿਸ ਕਹਿ ਰਹੀ ਹੈ, ਡਿਨਾਈ ਕਰ ਰਹੀ ਹੈ ਕਿ ਹਲੇ ਤੱਕ ਅਰੈਸਟ ਨਹੀਂ ਕੀਤੇ ਗਏ, ਤਾਂ ਫਿਰ ਅੰਮ੍ਰਿਤਪਾਲ ਸਿੰਘ ਕਿੱਥੇ ਨੇ? ਇਹ ਵੀ ਸਵਾਲ ਚੁੱਕਿਆ ਗਿਆ ਕਿ ਕੀ ਅੰਮ੍ਰਿਤਪਾਲ ਸਿੰਘ ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਦੇ ਕਿਸੇ ਬਾਰਡਰ ਦੇ ਆਸ-ਪਾਸ ਦੇ ਇਲਾਕੇ 'ਚ ਜਾਂ ਕਿਤੇ ਹੋਰ ਭੱਜ ਗਏ ਨੇ? ਤਾਂ ਆਹੀ ਸਵਾਲ ਜਦ ਪੁੱਛਿਆ ਗਿਆ ਤਾਂ ਜਿਹੜੇ ਆਈਜੀ ਨੇ ਉਹਨਾਂ ਨੇ ਆਹੀ ਜਵਾਬ ਦਿੱਤਾ ਕਿ ਅਸੀਂ ਜਿਹੜਾ ਹੈ ਉਹ ਹਰ ਏਜੰਸੀ ਦੇ ਨਾਲ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉਹਨਾਂ ਨਾਲ ਸੰਪਰਕ ਕਰਕੇ ਇਨਵੈਸਟੀਗੇਸ਼ਨ ਦਾ ਜਿਹੜਾ ਹੈ ਉਹ ਮਦਦ ਲੈਣੇ ਆ ਉਹਨਾਂ ਦੀ। ਪਰ ਫਿਲਹਾਲ ਇਹ ਸਾਫ਼ ਨਹੀਂ ਕੀਤਾ ਕਿ ਕਿਹੜੀ ਏਜੰਸੀ ਨਾਲ ਮਦਦ ਲੈ ਰਹੇ ਨੇ ਜਾਂ ਨਹੀਂ ਲੈ ਰਹੇ। ਹੋ ਸਕਦਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੋਏ ਤੇ ਅਰੈਸਟ ਤੋਂ ਬਾਅਦ ਹੀ ਜਿਹੜੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆਉਣਗੀਆਂ, ਕਿਉਂਕਿ ਆਪਰੇਸ਼ਨ ਫਿਲਹਾਲ ਜਾਰੀ ਹੈ। ਜੀ ਬਜਮ, ਕੀ ਇਸ ਸੰਬੰਧੀ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਹੋਇਆ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਕੀ ਇਹ ਸਾਰਾ ਕੁਝ ਕਰਨਾ ਜ਼ਰੂਰੀ ਸੀਗਾ? ਕੀ ਅੰਮ੍ਰਿਤਪਾਲ ਸਿੰਘ ਨੂੰ ਘਰ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੀਗਾ, ਜਾਂ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਨੋਟਿਸ ਦੇ ਕੇ ਜਾਂ ਇਹ ਆ ਕੇ ਕਿ ਹਾਂ ਤੁਹਾਡੇ ਖਿਲਾਫ ਇਹ ਮਾਮਲੇ ਦਰਜ ਨੇ ਔਰ ਤੁਸੀਂ ਗ੍ਰਿਫਤਾਰੀ ਦੇਣ ਦੇ ਲਈ ਆਓ? ਤਾਂ ਇਹ ਵੀ ਬਹੁਤ ਸਾਰੇ ਲੋਕ ਸਵਾਲ ਖੜੇ ਕਰ ਰਹੇ ਆ। ਕੀ ਇਸ ਸੰਬੰਧੀ ਵੀ ਸਵਾਲ ਹੋਇਆ ਪ੍ਰੈਸ ਕਾਨਫਰੰਸ ਦੇ ਵਿੱਚ? ਦੇਖੋ, ਬਿਲਕੁਲ ਦੇਖੋ, ਅਜਨਾਲੇ ਵੇਲੇ ਵੀ ਇਹੀ ਕਿਹਾ ਗਿਆ ਸੀਗਾ ਕਿ ਸਮਾਂ ਦੇ ਰਹੇ ਹਾਂ, ਤੁਸੀਂ ਜਿਹੜਾ ਹੈ ਪਹੁੰਚੋ ਥਾਣੇ 'ਚ। ਪਰ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਉੱਥੇ ਪਹੁੰਚੇ ਕਾਫੀ ਵੱਡਾ ਇਕੱਠ ਲੈ ਕੇ, ਹੋ ਸਕਦਾ ਸ਼ਾਇਦ ਪੁਲਿਸ ਇਸ ਕਰਕੇ ਇਹ ਨਹੀਂ ਚਾਹੁੰਦੀ ਸੀਗੀ ਕਿ ਅਸੀਂ ਦੁਬਾਰਾ ਇਨਵਾਈਟ ਕਰੀਏ ਤਾਂ ਜੋ ਕੁਝ ਅਜਨਾਲੇ 'ਚ ਹੋਇਆ
ਉਹ ਕਿਰਕਿਰੀ ਜਿਹੜੀ ਹੈ ਪੰਜਾਬ ਪੁਲਿਸ ਦੀ ਹੋਈ ਉੱਥੇ ਉਹ ਦੁਬਾਰਾ ਨਾ ਹੋਏ। ਇਸ ਕਰਕੇ ਜਦ ਅਸੀਂ ਇਹ ਸਵਾਲ ਪੁੱਛਿਆ ਤਾਂ ਉਹ ਇਹ ਕਹਿੰਦੇ ਨਜ਼ਰ ਆਏ ਕਿ ਸਮਾਂ ਜ਼ਰੂਰ ਲੱਗਿਆ, ਅਜਨਾਲੇ 'ਚ ਜੋ ਕੁਝ ਹੋਇਆ ਉਸ ਤੋਂ ਬਾਅਦ ਕਈ ਦਿਨ ਲੱਗੇ, ਪਰ ਉਹ ਕਈ ਦਿਨ ਦਾ ਮਤਲਬ ਇਹ ਨਹੀਂ ਸੀਗਾ ਕਿ ਅਸੀਂ ਚੁੱਪ ਬੈਠੇ ਹਾਂ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਅਸੀਂ ਫਾਰਮਲ ਆਫੀਸ਼ੀਅਲ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਸਬੂਤ ਪੱਕੇ ਕਰਕੇ ਜਿਹੜਾ ਹੈ ਉਸ ਤੋਂ ਬਾਅਦ ਆਪਰੇਸ਼ਨ ਕੀਤਾ ਹੈ। ਤੇ ਜਦ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਪਾਲ ਜਿਹੜਾ ਹੈ ਉਹ ਜਲੰਧਰ ਦੇ ਨੇੜੇ ਨੇ ਜਾਂ ਕਿਤੇ ਨੇ, ਉਸ ਤੋਂ ਬਾਅਦ ਅਸੀਂ ਜਿਹੜਾ ਹੈ ਆਪਰੇਸ਼ਨ ਸ਼ੁਰੂ ਕੀਤਾ ਹੈ। ਤਾਂ ਇਸ ਚੀਜ਼ 'ਚ ਉਹ ਕਹਿੰਦੇ ਨਜ਼ਰ ਆਏ ਕਿ ਸਮੇਂ ਜ਼ਰੂਰ ਲੱਗਿਆ, ਪਰ ਅਸੀਂ ਪੂਰੇ ਆਫੀਸ਼ੀਅਲ ਤੌਰ ਤੇ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਨਾ ਚਾਹੁੰਦੇ ਸੀਗੇ ਜੀ। ਠੀਕ ਹੈ ਬਜਮ, ਜਾਣਕਾਰੀ ਦੇਣ ਦੇ ਲਈ ਧੰਨਵਾਦ। Daily Post, Punjab, Haryana, Himachal. Journalism of hope.